हेलो फ्रेंड्स, वेलकम टू यू इन हाई-फाई जीके गुरु जी। आप सब ਨੂੰ ਪਤਾ ਹੀ ਹੈ ਕਿ ਸਾਡੀਆਂ ਇਹਨਾਂ ਵੀਡੀਓਜ਼ ਰਾਹੀਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਹਿਸਟਰੀ ਆ ਕਵਰ ਕਰਵਾ ਰਹੀ ਹਾਂ ਤੇ ਨਾਲ ਹੀ ਨਾਲ ਮੈਂ ਤੁਹਾਡੇ ਲਈ ਇੱਕ ਹਾਈ ਲੈਵਲ ਦੀ ਸੀਰੀਜ਼ ਵੀ ਸ਼ੁਰੂ ਕਰ ਰਹੀ ਹਾਂ ਜਿਹਦੇ ਵਿੱਚ ਕੀ ਆ ਕਿ ਹਿਸਟਰੀ ਨਾਲ ਰਿਲੇਟਡ ਜਿੰਨੇ ਵੀ ਫੇਮਸ ਪਰਸਨ ਨੇ, ਠੀਕ ਹੈ, ਚਾਹੇ ਉਹ ਕਿੰਗ ਨੇ ਜਾਂ ਕੋਈ ਵਧੀਆ ਵਿਦਵਾਨ ਨੇ, ਆਪਾਂ ਉਹਨਾਂ ਸਾਰਿਆਂ ਬਾਰੇ ਕੀ ਹੈ ਕਿ ਡੀਪਲੀ ਸਟੱਡੀ ਕਰਨੀ ਹੈ। ठीक है, जे आप उन्होंने बारे डीपली स्टोरी टाइप पढ़िया होगा तो आपको क्वेश्चन याद करने ईजी होंगे। जे आप ईजीली क्वेश्चन याद कर लाँगे तो अपना एग्जाम भी 100% क्लीयर होगा। एंड जे तुसी उन्होंने बारे डिटेल में पूरा पढ़िया होगा ना तो पक्का है कि तुहाडा एक भी क्वेश्चन ना बाहर नहीं जाऊगा इन्होंने टॉपिक्स के विचों, ठीक है। चाहे तुहाडा मास्टर किडर का एग्जाम आ, ITT का सैकेंड एग्जाम आ, PS टेट का, CTET का, ये तो बिना की है कि पंजाब लैवल का कोई भी एग्जाम आ, चाहे PCS का ना प्रीलिमिनरी एग्जाम आ, तो ਜਿਹੜੀਆਂ स्टोरी टाइप आ ये तुसी मेनस ਲਈ भी कर सकते हो। तो आओ अज की इस वीडियो ਨੂੰ ਆਪਾਂ शुरू करते हैं। ਇਹਦੇ ਵਿੱਚ ਹੈ ਬਲਬਨ ਅਤੇ ਉਸ ਤੋਂ ਪਹਿਲਾਂ ਅਤੇ ਬਾਅਦ ਵਾਲੇ ਸ਼ਾਸਕ ਪੜ੍ਹਨੇ ਆਪਾਂ। ਦੇਖੋ ਲਾਸਟ ਵੀਡੀਓ ਵਿੱਚ ਆਪਾਂ ਰਜ਼ੀਆ ਸੁਲਤਾਨ ਬਾਰੇ ਪੜ੍ਹਿਆ ਸੀਗਾ, ਠੀਕ ਹੈ, ਕਿ ਉਹਨੇ ਅਲਤੂਨੀਆ ਨਾਲ ਵਿਆਹ ਕਰਾ ਲਿਆ ਸੀ ਐਂਡ ਅਲਤੂਨੀਆ ਤੇ ਜਿਹੜੇ ਰਜ਼ੀਆ ਸੀਗੇ ਦੋਨੇ ਆਪਣਾ ਕੀ ਸੀਗਾ ਗੱਦੀ ਦੁਬਾਰਾ ਪ੍ਰਾਪਤ ਕਰਨਾ ਚਾਹੁੰਦੀ ਸੀ ਰਜ਼ੀਆ, ਬਟ ਉਹ ਤੇ ਉਹਦਾ ਜਿਹੜਾ ਭਰਾ ਸੀਗਾ ਕੌਣ ਸੀ, ਬਹਿਰਾਮ ਸ਼ਾਹ, ਜਿਹੜਾ ਇਲਤਤਮਿਸ ਦਾ ਪੁੱਤਰ ਸੀ, ਉਹਨੇ ਅਧਿਕਾਰ ਕਰ ਲਿਆ ਸੀਗਾ ਤੇ ਉਹਨਾਂ ਦੋਨਾਂ ਨੂੰ ਹਰਾਤਾ ਸੀਗਾ ਯੁੱਧ ਦੇ ਵਿੱਚ। ਤੇ ਇਹ ਤੋਂ ਬਾਅਦ ਉਹ ਡਾਕੂਆਂ ਨੇ ਉਹਨਾਂ ਦਾ ਕਤਲ ਕਰਤਾ ਸੀਗਾ ਕੈਥਲ ਦੇ ਨਾ ਜੰਗਲ ਦੇ ਵਿੱਚ। ਹੁਣ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਕਿ ਬਹਿਰਾਮ ਸ਼ਾਹ ਤੋਂ ਬਾਅਦ ਕੌਣ ਜਿਹੜਾ ਸੀ ਸ਼ਾਸਕ ਬਣਿਆ। ਅਲਾਉਦੀਨ ਮਸੂਦ ਸ਼ਾਹ ਜਿਹੜਾ ਸੀ, ਇਹ ਜਿਹੜਾ ਸੀ ਰਾਜਗੱਦੀ ਤੇ ਬੈਠਿਆ ਸੀਗਾ 1242 ਤੋਂ 1246 ਈਸਵੀ ਤੱਕ ਇਹਨੇ ਰਾਜ ਕੀਤਾ। ਬਹਿਰਾਮ ਸ਼ਾਹ ਤੋਂ ਬਾਅਦ ਦਿੱਲੀ ਦੀ ਸੱਤਾ ਸੰਭਾਲੀ ਅਲਾਉਦੀਨ ਮਸੂਦ ਸ਼ਾਹ ਨੇ। ਇਹ ਕੌਣ ਸੀਗਾ ਹੁਣ, ਇਹ ਬਹਿਰਾਮ ਸ਼ਾਹ ਦਾ ਤਾਂ ਕੀ ਸੀਗਾ ਪੁੱਤਰ ਸੀ ਤੇ ਜਿਹੜਾ ਇਲਤਤਮਿਸ ਸੀਗਾ ਉਹਦਾ ਕੀ ਸੀਗਾ, ਇਹ ਪੋਤਾ ਸੀਗਾ। ਅੱਗੇ ਹੈ ਸੁਲਤਾਨ ਨੇ ਬਲਬਨ ਨੂੰ ਅਮੀਰੇ ਹਾਜਬ ਦੇ ਉੱਚੇ ਪਦ ਤੇ ਲਾਇਆ। ਦੇਖੋ ਹੁਣ ਜਿਹੜਾ ਅਲਾਉਦੀਨ ਸੀਗਾ, ਜਿਹੜਾ ਸੁਲਤਾਨ ਸੀ ਹੁਣ ਉਸ ਟਾਈਮ ਦਾ, ਉਹਨੇ ਬਲਬਨ ਨੂੰ ਕੀ ਕੀਤਾ ਕਿ ਅਮੀਰੇ ਹਾਜਬ ਦੇ ਉੱਚੇ ਪਦ ਤੇ ਲਾਇਆ ਸੀਗਾ। ਜਿਹੜਾ ਬਲਬਨ ਸੀਗਾ ਉਹ ਇਲਤਤਮਿਸ ਦੇ ਟਾਈਮ ਤੋਂ ਹੀ ਸੀਗਾ, ਪਰ ਉਦੋਂ ਕੀ ਸੀ ਜਿਹੜਾ ਤੁਰਕਾਨ ਨੇ ਚਹਿਲਗਾਨੀ ਬਣਾਇਆ ਹੋਇਆ ਸੀਗਾ ਇਲਤਤਮਿਸ ਨੇ ਜਿਹੜਾ, ਠੀਕ ਹੈ, ਜਾਂ ਜਿਹੜਾ ਚਾਲੀਸਾ ਦਾ ਇੱਕ ਗਠਨ ਕੀਤਾ ਹੋਇਆ ਸੀ, ਇੱਕ ਗੁੱਟ ਬਣਾਇਆ ਹੋਇਆ ਸੀ 40 ਅਮੀਰਾਂ ਦਾ, ਉਹਦੇ ਵਿੱਚੋਂ ਇੱਕ ਬਲਬਨ ਵੀ ਸੀਗਾ, ਠੀਕ ਆ। ਤੇ ਬਟ ਉਹਦਾ ਜਿਹੜਾ ਹੁਣ ਇਲਤਤਮਿਸ ਦਾ ਪੋਤਾ ਸੀ ਉਹਨੇ ਉਹਨੂੰ ਕਾਹਦੇ ਪਦ ਤੇ ਲਾਤਾ, ਅਮੀਰੇ ਹਾਜਬ ਦੇ ਪਦ ਤੇ ਲਗਾਤਾ ਸੀਗਾ। ਮੰਗੋਲਾਂ ਦਾ ਦੁਬਾਰਾ ਜਿਹੜਾ ਸੀ ਹਮਲਾ ਹੋਇਆ ਸੀ। ਦੇਖੋ ਅਲਾਉਦੀਨ ਦੇ ਟਾਈਮ ਵਿੱਚ ਕੀ ਹੋਇਆ ਸੀ ਕਿ ਜਿਹੜੇ ਮੰਗੋਲ ਸੀ ਨਾ ਉਹਨਾਂ ਦਾ ਇੱਕ ਉਸ ਸਮੇਂ ਦਾ ਨੇਤਾ ਸੀ, ਮੰਗੂ ਸੀ ਉਹਦਾ ਨਾਂ, ਉਹਦੀ ਅਗਵਾਈ ਵਿੱਚ ਉਹਨਾਂ ਨੇ ਭਾਰਤ ਉੱਤੇ ਹਮਲਾ ਕਰਤਾ, ਠੀਕ ਆ। ਤੇ ਸਾਰੇ ਸਰਦਾਰ ਲੋਕ ਜਿਹੜੇ ਸੀ ਉਹਨਾਂ ਦੇ ਹਮਲੇ ਤੋਂ ਡਰਦੇ ਸੀ ਕਿਉਂਕਿ ਉਹ ਜਦੋਂ ਵੀ ਹਮਲਾ ਕਰਦੇ ਸੀ ਬਹੁਤ ਜ਼ਿਆਦਾ ਲੁੱਟਮਾਰ ਕਰਦੇ ਸੀ, ਨੁਕਸਾਨ ਕਰਦੇ ਸੀਗੇ। ਤੇ ਬਲਬਨ ਜਿਹੜਾ ਕੀ ਸੀਗਾ ਉਹਨੇ ਪੂਰੀ ਵੀਰਤਾ ਤੇ ਪੂਰੇ ਸਾਹਸ ਦੇ ਨਾਲ ਇਹਨਾਂ ਦੁਸ਼ਮਣਾਂ ਦੇ ਉੱਤੇ ਚੜ੍ਹਾਈ ਕਰਤੀ ਸੀ ਤੇ ਇਹਨਾਂ ਨੂੰ ਬੁਰੀ ਤਰ੍ਹਾਂ ਜਿਹੜਾ ਸੀ ਹਰਾ ਕੇ ਭਜਾਤਾ ਸੀਗਾ। ਇਹ ਤੋਂ ਬਿਨਾਂ ਉਹ ਜਿਹੜੇ ਸੀਗੇ ਨਾ ਮੰਗੋਲ ਸੀ ਉਹ ਇੰਨੇ ਕੁ ਜ਼ਿਆਦਾ ਜਾਨਵਰ ਸੀ ਕਿ ਉਹ ਆਪਣੇ ਨਾਲ ਹਿੰਦੂ ਤੇ ਮੁਸਲਮਾਨ ਜਿਹੜੇ ਸੀਗੇ, ਠੀਕ ਆ, ਉਹਨਾਂ ਨੂੰ ਕੈਦ ਕਰਕੇ ਲਿਜਾ ਰਹੇ ਸੀਗੇ। ਬਲਬਨ ਨੇ ਉਹਨਾਂ ਨੂੰ ਵੀ ਸੁਤੰਤਰ ਕਰਾਇਆ ਸੀਗਾ। ਇਹਦੇ ਕਰਕੇ ਜਿਹੜੀ ਸੀ ਉਹਦੀ ਸ਼ਾਨਦਾਰ ਜਿੱਤ ਹੋਈ ਸੀ ਤੇ ਉਹਦੀ ਵੀਰਤਾ ਦੇ ਜਿਹੜੇ ਕਿੱਸੇ ਸੀਗੇ ਪੂਰੇ ਰਾਜ ਵਿੱਚ ਗੂੰਜਣ ਲੱਗੇ ਸੀਗੇ। ਅੱਗੇ ਹੈ ਬਲਬਨ ਨੇ ਸੁਲਤਾਨ ਦੇ ਚਾਚੇ ਨਸੀਰੂਦੀਨ ਨਾਲ ਮਿਲ ਕੇ ਸਾਜ਼ਿਸ਼ ਦੁਆਰਾ ਸੁਲਤਾਨ ਨੂੰ ਕੈਦ ਕਰ ਲਿਆ ਅਤੇ ਉਸ ਨੂੰ ਮਰਵਾ ਦਿੱਤਾ। ਹੁਣ ਦੇਖੋ ਜਦੋਂ ਮਤਲਬ ਉਹਨੇ ਮੰਗੋਲਾਂ ਨੂੰ ਉੱਥੋਂ ਭਜਾਤਾ, ਠੀਕ ਹੈ, ਬਲਬਨ ਨੇ, ਉਹਦਾ ਕੀ ਸੀਗਾ ਕਿ ਉਹਦੀ ਵੀਰਤਾ ਦੀ ਧਾਕ ਚਾਰੇ ਪਾਸੇ ਜੰਮ ਗਈ ਸੀਗੀ, ਤਾਂ ਕਰਕੇ ਉਹ ਕੀ ਸੀ ਕਿ 1246 ਵਿੱਚ ਉਹਨੇ ਕੀ ਕੀਤਾ ਕਿ ਉਹਦਾ ਜਿਹੜਾ ਸੁਲਤਾਨ ਸੀਗਾ ਅਲਾਉਦੀਨ, ਉਹਦਾ ਚਾਚਾ ਸੀ ਕੌਣ, ਨਸੀਰੂਦੀਨ, ਉਹਦੇ ਨਾਲ ਮਿਲ ਕੇ ਸਾਜ਼ਿਸ਼ ਕੀਤੀ, ਉਹਨੂੰ ਕੈਦ ਕਰ ਲਿਆ, ਠੀਕ ਹੈ, ਗੱਦੀ ਤੋਂ ਉਤਾਰ ਕੇ ਕੈਦ ਕਰ ਲਿਆ ਤੇ ਉਹਨੂੰ ਮਰਵਾ ਦਿੱਤਾ ਸੀਗਾ। ਕਦੋਂ, 1246 ਈਸਵੀ ਵਿੱਚ। ਤੇ ਉਹਦੀ ਜਗ੍ਹਾ ਹੁਣ ਸ਼ਾਸਕ ਕਿਹਨੂੰ ਬਣਾਤਾ, ਉਹਦੇ ਚਾਚੇ ਨਸੀਰੂਦੀਨ ਮਹਿਮੂਦ ਨੂੰ ਸ਼ਾਸਕ ਬਣਾਤਾ ਸੀਗਾ। ਹੁਣ ਅਗਲਾ ਸ਼ਾਸਕ ਹੈਗਾ ਨਸੀਰੂਦੀਨ ਮਹਿਮੂਦ, ਜਿਹਨੇ 1246 ਤੋਂ 1266 ਈਸਵੀ ਤੱਕ ਰਾਜ ਕੀਤਾ ਵਾ। 1246 ਈਸਵੀ ਵਿੱਚ ਬਲਬਨ ਦੀ ਮਦਦ ਨਾਲ ਜਿਹੜਾ ਇਹ ਸੀਗਾ ਸੁਲਤਾਨ ਬਣਿਆ ਸੀ ਕਿਉਂਕਿ ਦੋਨਾਂ ਨੇ ਮਿਲ ਕੇ ਸਾਜ਼ਿਸ਼ ਕੀਤੀ ਸੀਗੀ। ਅਲਾਉਦੀਨ ਜਿਹੜਾ ਸੀਗਾ ਉਹਨੂੰ ਗੱਦੀ ਤੋਂ ਉਤਾਰਿਆ ਸੀਗਾ, ਠੀਕ ਆ, ਉਹਦਾ ਕਤਲ ਕੀਤਾ ਸੀ ਐਂਡ ਫਿਰ ਇਹਨੂੰ ਜਿਹੜਾ ਸੀ ਸ਼ਾਸਕ ਬਣਾਤਾ ਸੀ ਬਲਬਨ ਨੇ। ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ ਜਿਹੜਾ ਨਸੀਰੂਦੀਨ ਸੀ ਨਾ, ਅਸਲ ਵਿੱਚ ਉਹ ਇੱਕ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀਗਾ। ਉਹ ਸਾਦਾ ਜੀਵਨ ਬਤੀਤ ਕਰਦਾ ਸੀਗਾ ਬਿਲਕੁਲ। ਤੇ ਇਹ ਵੀ ਕਿਹਾ ਗਿਆ ਵਾ ਕਿ ਕੁਰਾਨ ਸ਼ਰੀਫ ਦੀਆਂ ਸਤਰਾਂ ਲਿਖ ਕੇ ਕੀ ਸੀ ਕਿ ਆਪਣੀ ਰੋਜੀ ਕਮਾ ਲਿਆ ਕਰਦਾ ਸੀ, ਆਪਣੀ ਰੋਜੀ ਰੋਟੀ ਕਮਾਉਂਦਾ ਸੀ, ਜਿਹੜਾ ਕੁਰਾਨ ਸ਼ਰੀਫ ਸੀ ਉਹਦੀਆਂ ਸਤਰਾਂ ਲਿਖਦਾ ਹੁੰਦਾ ਸੀ ਉਹ। ਅੱਗੇ ਹੈ
ਇਸ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਜਿਹੜੀ ਸੀ ਇਸ ਦੇ ਮੰਤਰੀ ਬਲਬਨ ਦੁਆਰਾ ਕੀਤੀ ਜਾਂਦੀ ਸੀ। ਹੁਣ ਦੇਖੋ ਬਲਬਨ ਨੇ ਇਹਨੂੰ ਬਣਾਇਆ ਹੀ ਕਿਉਂ, ਕਿਉਂਕਿ ਬਲਬਨ ਜਿਹੜਾ ਸੀਗਾ ਸਾਰੀ ਸ਼ਕਤੀ ਸੀ ਬਲਬਨ ਦੇ ਹੱਥਾਂ ਵਿੱਚ ਸੀਗੀ। ਇਹ ਜਿਹੜਾ ਸਿਰਫ ਸੀਗਾ ਇੱਕ ਨਾਂ ਮਾਤਰ ਦਾ ਸ਼ਾਸਕ ਸੀਗਾ, ਜਿਵੇਂ ਆਪਾਂ ਇੱਦਾਂ ਕਹਿ ਦਈਏ। ਬਲਬਨ ਸੀਗਾ ਫਿਰ ਜਿਹੜਾ ਉਹਨੇ 1246 ਤੋਂ 1252 ਈਸਵੀ ਤੱਕ ਅਤੇ ਫਿਰ 1253 ਤੋਂ 1266 ਈਸਵੀ ਤੱਕ ਜਿਹੜਾ ਸੀ ਮੰਤਰੀ ਦੇ ਪਦ ਉੱਤੇ ਨਿਯੁਕਤ ਰਿਹਾ ਸੀਗਾ। ਉਹ 2 ਵਾਰ ਕਿਉਂ ਨਿਯੁਕਤ ਰਿਹਾ, ਉਹਦਾ ਰੀਜ਼ਨ ਤੁਹਾਨੂੰ ਅੱਗੇ ਪਤਾ ਲੱਗੂਗਾ। ਬਲਬਨ ਨੂੰ ਨਾਇਬ ਏ ਮਮਲਿਕਾਤ ਦਾ ਅਹੁਦਾ ਜਿਹੜਾ ਦਿੱਤਾ ਸੀਗਾ ਨਸੀਰੂਦੀਨ ਨੇ। ਨਸੀਰੂਦੀਨ ਮਹਿਮੂਦ ਨੇ ਬਲਬਨ ਨੂੰ ਉਲੂਗ ਖਾਂ ਦੀ ਜਿਹੜੀ ਸੀ ਉਪਾਧੀ ਵੀ ਦਿੱਤੀ ਸੀ। ਦੇਖੋ ਇਹ ਯਾਦ ਰੱਖਣਾ ਕਿ ਬਲਬਨ ਨੂੰ ਕਿਹੜੀ ਉਪਾਧੀ ਮਿਲੀ ਸੀ, ਉਲੂਗ ਖਾਂ ਦੀ। ਕਿਹਨੇ ਦਿੱਤੀ ਸੀ ਉਹ? ਨਸੀਰੂਦੀਨ ਮਹਿਮੂਦ ਨੇ। ਨਸੀਰੂਦੀਨ ਮਹਿਮੂਦ ਜਿਹੜਾ ਸੀ ਦਿੱਲੀ ਸਲਤਨਤ ਦੇ ਗੁਲਾਮ ਵੰਸ਼ ਦਾ ਸ਼ਾਸਕ ਸੀਗਾ। 1246 ਈਸਵੀ ਵਿੱਚ ਬਲਬਨ ਨੇ ਖੋਖਰਾਂ ਦਾ ਜਿਹੜਾ ਸੀ ਦਮਨ ਕੀਤਾ ਸੀ। ਦੇਖੋ ਮੁਗਲਾਂ ਦੀ ਤਰ੍ਹਾਂ ਖੋਖਰ ਵੀ ਇੱਕ ਜਾਤੀ ਸੀ, ਉਹਨਾਂ ਨੇ ਵੀ ਜਿਹੜਾ ਸੀਗਾ ਦਰਬਾਰ ਵਿੱਚ ਕਾਫੀ ਮਤਲਬ ਆਪਾਂ ਕਹਿ ਦਈਏ ਨਾ ਲੁੱਟ ਮਚਾਈ ਹੋਈ ਸੀ, ਉਹਨਾਂ ਦਾ ਦਮਨ ਕੀਤਾ ਸੀਗਾ। ਅੱਗੇ ਹੈ ਨਸੀਰੂਦੀਨ ਮਹਿਮੂਦ ਟੋਪੀ ਬਣਾ ਕੇ ਜੀਵਨ ਨਿਰਵਾਹ ਕਰਦਾ ਸੀਗਾ। ਇਹ ਵੀ ਕਿਹਾ ਜਾਂਦਾ ਕਿ ਉਹ ਟੋਪੀਆਂ ਜਿਹੜਾ ਸੀ ਬਣਾਉਂਦਾ ਸੀ ਅਤੇ ਆਪਣਾ ਜੀਵਨ ਨਿਰਵਾਹ ਕਰਦਾ ਸੀ। ਬਲਬਨ ਨੇ ਆਪਣੀ ਪੁੱਤਰੀ ਦਾ ਵਿਆਹ ਜਿਹੜਾ ਸੀ ਨਸੀਰੂਦੀਨ ਮਹਿਮੂਦ ਨਾਲ ਕੀਤਾ ਅਤੇ ਆਪ ਸੁਲਤਾਨ ਦੀ ਭੈਣ ਨਾਲ ਆਪਣਾ ਵਿਆਹ ਕੀਤਾ। ਦੇਖੋ ਹੁਣ ਜਿਹੜਾ ਬਲਬਨ ਸੀਗਾ, ਠੀਕ ਆ, ਉਹਨੇ ਵਿਆਹ ਜਿਹੜਾ ਸੀ ਉਹਦੀ ਪੁੱਤਰੀ ਸੀਗੀ, ਉਹਦਾ ਵਿਆਹ ਕਿਹਦੇ ਨਾਲ ਕੀਤਾ? ਨਸੀਰੂਦੀਨ ਮਹਿਮੂਦ ਦੇ ਨਾਲ ਕਰਤਾ। ਐਂਡ ਜਿਹੜੀ ਨਸੀਰੂਦੀਨ ਮਹਿਮੂਦ ਦੀ ਭੈਣ ਸੀਗੀ ਉਹਦਾ ਵਿਆਹ ਕਿਹਦੇ ਨਾਲ ਹੋਇਆ? ਬਲਬਨ ਦੇ ਨਾਲ ਹੋਇਆ। ਠੀਕ ਹੈ। ਅੱਗੇ ਹੈ 1253 ਈਸਵੀ ਵਿੱਚ ਨਸੀਰੂਦੀਨ ਮਹਿਮੂਦ ਨੇ ਹੁਣ ਕੀ ਕੀਤਾ ਕਿ ਅਮੀਰਾਂ ਦੇ ਦਬਾਅ ਵਿੱਚ ਆ ਕੇ ਜਿਹੜਾ ਬਲਬਨ ਸੀ ਨਾ ਉਹਨੂੰ ਕੀ ਸੀਗਾ ਕਿ ਮੰਤਰੀ ਦੇ ਪਦ ਤੋਂ ਹਟਾਤਾ ਅਤੇ ਉਹਦੀ ਜਗ੍ਹਾ ਪਤਾ ਕਿਹਨੂੰ ਲਗਾ ਲਿਆ ਸੀ? ਇਮਾਦੁਦੀਨ ਰਿਹਾਨ ਜਿਹੜਾ ਕੀ ਸੀ ਭਾਰਤੀ ਮੁਸਲਮਾਨ ਸੀਗਾ, ਉਹਨੂੰ ਨਾਇਬ ਨਿਯੁਕਤ ਕਰ ਲਿਆ ਸੀਗਾ। ਠੀਕ ਹੈ, ਬਲਬਨ ਨੂੰ ਹਟਾਤਾ ਸੀਗਾ। ਕਿਹਨੇ? ਨਸੀਰੂਦੀਨ ਨੇ। ਕਦੋਂ? 1253 ਈਸਵੀ ਵਿੱਚ। ਅਮੀਰਾਂ ਦੇ ਦਬਾਅ ਵਿੱਚ ਆ ਗਿਆ ਸੀਗਾ ਉਹ, ਤਾਂ ਕਰਕੇ ਉਹਨੇ ਹਟਾਤਾ ਸੀ। ਬਟ ਉਹਨੂੰ ਹਟਾਉਣ ਤੋਂ ਬਾਅਦ ਕੀ ਹੋਇਆ ਕਿ ਰਾਜ ਵਿੱਚ ਫਿਰ ਤੋਂ ਕੀ ਸੀ ਪੂਰੀ ਅਸ਼ਾਂਤੀ ਫੈਲ ਗਈ ਸੀਗੀ। ਠੀਕ ਆ, ਚਾਰੇ ਪਾਸੇ ਜਿਹੜਾ ਸੀ ਨਸੀਰੂਦੀਨ ਦੇ ਕੰਟਰੋਲ ਤੋਂ ਸ਼ਾਸਨ ਬਾਹਰ ਹੁੰਦਾ ਜਿਹੜਾ ਸੀ ਲੱਗਣ ਲੱਗ ਗਿਆ ਸੀ। ਤਾਂ ਨਸੀਰੂਦੀਨ ਨੇ ਜਿਹੜਾ ਸੀ ਉਹਨੂੰ ਦੁਬਾਰਾ ਵਾਪਸ ਬੁਲਾ ਲਿਆ ਸੀਗਾ ਬਲਬਨ ਨੂੰ, ਅਤੇ ਦੁਬਾਰਾ ਨਿਯੁਕਤ ਕਰ ਲਿਆ ਸੀਗਾ। 1266 ਈਸਵੀ ਵਿੱਚ ਨਸੀਰੂਦੀਨ ਦੀ ਮੌਤ ਤੋਂ ਬਾਅਦ ਬਲਬਨ ਸੁਲਤਾਨ ਬਣਿਆ। ਫਿਰ 1266 ਵਿੱਚ ਨਸੀਰੂਦੀਨ ਜਿਹੜਾ ਸੀ ਉਹਦੀ ਮੌਤ ਹੋ ਗਈ। ਉਹ ਤੋਂ ਬਾਅਦ ਕੌਣ ਜਿਹੜਾ ਸੀਗਾ ਸੁਲਤਾਨ ਬਣਿਆ? ਬਲਬਨ ਬਣਿਆ। ਠੀਕ ਹੈ, ਰਿਸ਼ਤੇ ਵਿੱਚ ਜਿਹੜਾ ਉਹਦਾ ਸਹੁਰਾ ਲੱਗਦਾ ਸੀਗਾ। ਠੀਕ ਹੈ, ਇੱਕ ਪਾਸੇ ਜੀਜਾ ਵੀ ਲੱਗਦਾ ਸੀ ਕਿਉਂਕਿ ਇਹਨੇ ਉਹਦੀ ਭੈਣ ਨਾਲ ਵਿਆਹ ਕੀਤਾ ਸੀ ਬਲਬਨ ਨੇ। ਬਲਬਨ ਦਾ ਰਾਜਕਾਲ ਜਿਹੜਾ ਸੀਗਾ 1266 ਤੋਂ 1286 ਈਸਵੀ ਤੱਕ ਰਿਹਾ। ਮੁੱਢਲਾ ਜੀਵਨ ਅਤੇ ਮੰਤਰੀ ਦੇ ਰੂਪ ਵਿੱਚ ਜਿਹੜੇ ਉਹਨੇ ਕੰਮ ਕੀਤੇ ਆ, ਪਹਿਲਾਂ ਆਪਾਂ ਉਹਨਾਂ ਬਾਰੇ ਪੜ੍ਹਾਂਗੇ। ਗਿਆਸੁਦੀਨ ਬਲਬਨ ਤੁਰਕਾਂ ਦੇ ਅਲਵਾਰੀ ਕਬੀਲੇ ਦੇ ਇੱਕ ਉੱਚ ਘਰਾਣੇ ਨਾਲ ਸੰਬੰਧ ਰੱਖਦਾ ਸੀਗਾ। ਠੀਕ ਹੈ, ਇਹਨੂੰ ਇਲਤੁਤਮਿਸ ਦਾ ਗੁਲਾਮ ਵੀ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਕਿਉਂਕਿ ਇਹ ਗੁਲਾਮ ਸੀਗਾ ਉਹਦਾ। ਉਸ ਦਾ ਪਿਤਾ ਜਿਹੜਾ ਸੀਗਾ ਬਲਬਨ ਦਾ ਜਿਹੜਾ ਪਿਤਾ ਸੀ, ਠੀਕ ਹੈ, ਉਹ 10,000 ਪਰਿਵਾਰਾਂ ਦਾ ਜਿਹੜਾ ਸੀ ਖਾਨ ਸੀਗਾ ਇੱਕ। ਪਰ ਦੇਖੋ ਬੈਡ ਲੱਕ ਹੈ ਨਾ ਬਲਬਨ ਦਾ ਕਿ ਮੰਦਭਾਗੀ ਦੇ ਨਾਲ ਕੀ ਸੀਗਾ ਕਿ ਮੰਗੋਲ ਉਹਨੂੰ ਚੁੱਕ ਕੇ ਲੈ ਗਏ ਸਨ ਅਤੇ ਉਹਨਾਂ ਨੇ ਬਲਬਨ ਨੂੰ ਬਸਰਾ ਦੇ ਖਵਾਜਾ ਜਮਾਲੁਦੀਨ ਦੇ ਹੱਥ ਵੇਚ ਦਿੱਤਾ ਸੀਗਾ। ਜਿਹੜਾ ਸੀਗਾ ਇੱਕ ਮਤਲਬ ਖਾਨ ਦਾ ਪੁੱਤਰ ਸੀਗਾ ਬਲਬਨ। ਠੀਕ ਆ, ਉਹਨੂੰ ਮੰਗੋਲ ਚੁੱਕ ਕੇ ਲੈ ਗਏ ਅਤੇ ਉਹਨਾਂ ਨੇ ਕਿਹਨੂੰ ਵੇਚਤਾ? ਬਸਰਾ ਨਾਂ ਦੀ ਕੋਈ ਜਗ੍ਹਾ ਵਾ, ਉੱਥੋਂ ਦੇ ਖਵਾਜਾ ਜਮਾਲੁਦੀਨ ਵਪਾਰੀ ਸੀਗਾ, ਉਹਦੇ ਹੱਥ ਵੇਚਤਾ ਸੀਗਾ ਬਲਬਨ ਨੂੰ। ਅਤੇ ਕੁਝ ਸਮੇਂ ਪਿੱਛੋਂ ਜਿਹੜਾ ਖਵਾਜਾ ਸੀ ਉਸਨੂੰ ਦਿੱਲੀ ਲਿਆਇਆ, ਜਿੱਥੇ ਉਹਨੂੰ ਕਿਹਨੇ ਖਰੀਦ ਲਿਆ? ਇਲਤੁਤਮਿਸ ਨੇ ਖਰੀਦ ਲਿਆ। ਅਤੇ ਇੱਥੇ ਉਹਦੀ ਕਿਸਮਤ ਜਿਹੜੀ ਸੀ ਖੁੱਲ੍ਹ ਗਈ ਸੀਗੀ। ਠੀਕ ਹੈ, ਇੱਕ ਦਾਸ ਬਣ ਕੇ ਆਇਆ ਸੀ ਅਤੇ ਰਾਜਾ ਬਣ ਗਿਆ ਆ ਕੇ। ਇਲਤੁਤਮਿਸ ਨੇ ਖਾਸ ਦਾਸ ਦੀ ਜਿਹੜੀ ਸੀ ਉਪਾਧੀ ਦਿੱਤੀ ਸੀਗੀ। ਜਿਹੜਾ ਬਲਬਨ ਸੀ ਨਾ ਉਹਨੂੰ ਇੱਕ ਖਾਸ ਦਾਸ ਜਿਹੜਾ ਸੀਗਾ ਉਹਦੀ ਉਪਾਧੀ ਦਿੱਤੀ ਸੀਗੀ ਇਲਤੁਤਮਿਸ ਨੇ। ਹੁਣ ਦੇਖੋ ਬਲਬਨ ਜਿਹੜਾ ਸੀ ਨਾ ਕਿ ਦੇਖਣ ਵਿੱਚ ਜ਼ਿਆਦਾ ਸੁੰਦਰ ਨਹੀਂ ਸੀਗਾ, ਉਹਦੀ ਸ਼ਕਲ ਥੋੜ੍ਹੀ ਜਿਹੀ ਭੱਦੀ ਜਿਹੀ ਸੀਗੀ ਅਤੇ ਤਾਂ ਕਰਕੇ ਜਿਹੜਾ ਇਲਤੁਤਮਿਸ ਸੀ ਨਾ ਉਹਨੂੰ ਉਦੋਂ ਭਿਸਤੀ ਦੇ ਕੰਮ 'ਤੇ, ਭਿਸਤੀ ਪਤਾ ਕੌਣ ਹੁੰਦਾ ਸੀ? ਪਾਣੀ ਢੋਣ ਵਾਲੇ ਕੰਮ 'ਤੇ ਲਗਾ ਲਿਆ ਸੀਗਾ ਉਹਨੂੰ ਇਲਤੁਤਮਿਸ ਨੇ। ਬਲਬਨ ਦੀ ਯੋਗਤਾ ਅਤੇ ਚੰਗੇ ਆਚਰਣ ਤੋਂ ਇਲਤੁਤਮਿਸ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਬਲਬਨ ਨੂੰ 40 ਦਾ
ਮੈਂਬਰ ਬਣਾ ਦਿੱਤਾ। ਦੇਖੋ ਪਹਿਲਾਂ ਤਾਂ ਉਹਦੀ ਸ਼ਕਲ ਸੁੰਦਰ ਨਹੀਂ ਸੀ ਤਾਂ ਉਹਨੂੰ ਭਿਸਤੀ ਦੇ ਕੰਮ 'ਤੇ ਲਾ ਲਿਆ, ਪਾਣੀ ਭਰਨ ਦੇ 'ਤੇ। ਬਟ ਜਦੋਂ ਉਹਨੇ ਆਪਣਾ ਪੂਰਾ ਕੰਮ ਵਧੀਆ ਚੰਗੀ ਤਰ੍ਹਾਂ ਕੀਤਾ ਤਾਂ ਫਿਰ ਉਹ ਤੋਂ ਜਿਹੜਾ ਸੁਲਤਾਨ ਸੀ ਇਲਤੁਤਮਿਸ਼ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਜਿਹੜੇ ਉਹਦੇ 40 ਅਮੀਰਾਂ ਦਾ ਗੁੱਟ ਸੀ ਉਹਦੇ ਵਿੱਚ ਉਹਨੇ ਬਲਬਨ ਨੂੰ ਵੀ ਸ਼ਾਮਿਲ ਕਰ ਲਿਆ ਸੀਗਾ। ਅੱਗੇ ਹੈ, ਇਲਤੁਤਮਿਸ਼ ਨੇ ਆਪਣੀ ਇੱਕ ਪੁੱਤਰੀ ਦਾ ਵਿਆਹ ਜਿਹੜਾ ਸੀ ਬਲਬਨ ਨਾਲ ਕਰ ਦਿੱਤਾ ਸੀ। ਠੀਕ ਹੈ, ਇੱਕ ਪੁੱਤਰੀ ਤਾਂ ਉਹਦੀ ਰਜ਼ੀਆ ਸੁਲਤਾਨਾ ਸੀ ਐਂਡ ਜਿਹੜੀ ਦੂਜੀ ਸੀ ਉਹਦਾ ਵਿਆਹ ਉਹਨੇ ਬਲਬਨ ਨਾਲ ਕਰਤਾ ਸੀਗਾ। ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਤੁਰਕੀ ਸਰਦਾਰਾਂ ਵਿੱਚ ਬਲਬਨ ਦੀ ਜਿਹੜੀ ਪ੍ਰਸਿੱਧੀ ਸੀ ਬਹੁਤ ਵੱਧ ਗਈ ਸੀਗੀ। ਠੀਕ ਹੈ, ਸਾਰਿਆਂ ਤੋਂ ਮਤਲਬ ਸਰਵਉੱਚ ਜੇ ਸਥਾਨ ਪ੍ਰਾਪਤ ਸੀ ਅਮੀਰਾਂ ਵਿੱਚੋਂ ਤਾਂ ਕਿਹਨੂੰ ਸੀ? ਬਲਬਨ ਨੂੰ ਸੀਗਾ। ਰਜ਼ੀਆ ਸੁਲਤਾਨ ਦੇ ਰਾਜਕਾਲ ਵਿੱਚ ਉਸ ਨੂੰ ਅਮੀਰੇ ਸ਼ਿਕਾਰ ਦੇ ਪਦ 'ਤੇ ਨਿਯੁਕਤ ਕੀਤਾ ਗਿਆ ਸੀ। ਦੇਖੋ ਉਦੋਂ ਵੀ ਇਹ 40 ਦਾ ਇੱਕ ਮੈਂਬਰ ਸੀ ਤਾਂ ਕਰਕੇ ਇਹਨੂੰ ਅਮੀਰੇ ਸ਼ਿਕਾਰ ਦੇ ਪਦ 'ਤੇ ਨਿਯੁਕਤ ਕੀਤਾ ਹੋਇਆ ਸੀ ਰਜ਼ੀਆ ਨੇ। ਬਟ ਕੀ ਸੀਗਾ ਕਿ ਜਦੋਂ ਜਿਹੜੇ 40 ਦੇ ਸਰਦਾਰਾਂ ਨੇ ਰਜ਼ੀਆ ਦਾ ਵਿਰੋਧ ਕੀਤਾ ਸੀ, ਕਿਉਂਕਿ ਰਜ਼ੀਆ ਜਿਹੜੀ ਸੀ ਉਹਦਾ ਪ੍ਰੇਮ ਸੀਗਾ ਯਕੂਤ ਨਾਂ ਦੇ ਯਹੂਦੀ ਦੇ ਨਾਲ। ਉਸ ਸਮੇਂ ਜਿਹੜਾ ਬਲਬਨ ਸੀਗਾ ਉਹ ਵੀ ਉਹਨਾਂ ਸਰਦਾਰਾਂ ਦੇ ਨਾਲ ਹੀ ਸੀਗਾ, ਇਹ ਵੀ ਰਜ਼ੀਆ ਦੇ ਵਿਰੁੱਧ ਸੀਗਾ ਉਦੋਂ। ਦੂਜੇ ਸਰਦਾਰਾਂ ਨਾਲ ਮਿਲ ਕੇ ਬਲਬਨ ਨੇ ਬਹਿਰਾਮ ਸ਼ਾਹ ਨੂੰ ਗੱਦੀ ਉੱਤੇ ਬਿਠਾਉਣ ਵਿੱਚ ਮਹੱਤਵਪੂਰਨ ਹਿੱਸਾ ਲਿਆ। ਦੇਖੋ ਜਦੋਂ ਉਹ 40 ਦਾ ਗੁੱਟ ਦਾ ਮੈਂਬਰ ਸੀਗਾ, ਠੀਕ ਆ, 40 ਦੇ ਮੈਂਬਰ ਜਿਹੜੇ ਸੀਗੇ ਉਹਨਾਂ ਨੇ ਰਜ਼ੀਆ ਦਾ ਵਿਰੋਧ ਕੀਤਾ ਸੀ ਤਾਂ ਦੂਜੇ ਪਾਸੇ ਕੀ ਸੀ ਕਿ ਬਲਬਨ ਨੇ ਉਹਨਾਂ ਸਾਰਿਆਂ ਨਾਲ ਮਿਲ ਕੇ ਜਿਹੜਾ ਰਜ਼ੀਆ ਦਾ ਭਰਾ ਸੀ ਇਲਤੁਤਮਿਸ਼ ਦਾ ਪੁੱਤਰ ਸੀਗਾ ਬਹਿਰਾਮ ਸ਼ਾਹ, ਉਹਨੂੰ ਗੱਦੀ ਉੱਤੇ ਬਿਠਾਇਆ ਸੀਗਾ। ਬਹਿਰਾਮ ਸ਼ਾਹ ਨੇ ਬਲਬਨ ਨੂੰ ਰੇਵਾੜੀ ਅਤੇ ਹਾਂਸੀ ਦੀਆਂ ਜਿਹੜੀਆਂ ਸੀ ਜ਼ਗੀਰਾਂ ਸੌਂਪ ਦਿੱਤੀਆਂ। ਦੇਖੋ ਹੁਣ ਜਦੋਂ ਇਹਨੇ ਬਹਿਰਾਮ ਸ਼ਾਹ ਨੂੰ ਜਿਹੜਾ ਸੀ ਸੁਲਤਾਨ ਬਣਵਾਤਾ ਤਾਂ ਕੀ ਸੀਗਾ ਕਿ ਉਹਨੇ ਬਲਬਨ ਨੂੰ ਰੇਵਾੜੀ ਅਤੇ ਹਾਂਸੀ 2 ਥਾਵਾਂ ਦੀਆਂ ਜ਼ਗੀਰਾਂ ਸੌਂਪ ਦਿੱਤੀਆਂ ਸੀਗੀਆਂ। ਬਹਿਰਾਮ ਸ਼ਾਹ ਨੇ ਬਲਬਨ ਨੂੰ ਅਮੀਰੇ ਅਖੂਰ ਦੀ ਜਿਹੜੀ ਸੀ ਉਪਾਧੀ ਵੀ ਦਿੱਤੀ ਸੀ। ਯਾਦ ਰੱਖਣਾ, ਅਮੀਰੇ ਅਖੂਰ ਦੀ ਉਪਾਧੀ ਕਿਹਨੇ ਦਿੱਤੀ ਸੀ ਬਲਬਨ ਨੂੰ? ਬਹਿਰਾਮ ਸ਼ਾਹ ਨੇ। ਉਲੂਗ ਖਾਂ ਦੀ ਕਿਹਨੇ ਦਿੱਤੀ ਸੀ? ਨਸੀਰੁਦੀਨ ਮਹਿਮੂਦ ਨੇ। ਠੀਕ ਹੈ, ਇਹ ਦੋਨੇ ਚੀਜ਼ਾਂ ਯਾਦ ਰੱਖਣੀਆਂ ਨੇ। ਬਲਬਨ ਨੇ 12,000 ਮੀਓ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੇਖੋ ਜਿਹੜੇ ਮੀਓ ਲੋਕ ਸੀਗੇ ਇਹਨਾਂ 'ਤੇ ਬਲਬਨ ਨੇ 2 ਵਾਰ ਇਹਨਾਂ ਦਾ ਦਮਨ ਕੀਤਾ ਸੀ। ਇੱਕ ਵਾਰ ਤਾਂ ਉਦੋਂ ਜਦੋਂ ਨਸੀਰੁਦੀਨ ਦੇ ਟਾਈਮ ਦੇ ਵਿੱਚ ਇਹ ਸਿਰਫ ਮੰਤਰੀ ਸੀਗਾ। ਠੀਕ ਹੈ, ਉਦੋਂ ਇਹਨੇ ਹਮਲਾ ਕੀਤਾ ਸੀ ਇਹਨਾਂ 'ਤੇ। ਐਂਡ ਦੂਜੀ ਵਾਰ ਜਿਹੜਾ ਸੀਗਾ ਸੁਲਤਾਨ ਬਣਨ ਤੋਂ ਬਾਅਦ ਜਿਹੜਾ ਸੀਗਾ ਬਲਬਨ ਉਹਨੇ ਇਹਨਾਂ ਦੀ ਸ਼ਕਤੀ ਦਾ ਦਮਨ ਕੀਤਾ ਸੀ। ਦੇਖੋ ਹੁਣ ਇਹ ਮੀਓ ਲੋਕ ਜਿਹੜੇ ਸੀ ਕੌਣ ਸੀ? ਇਹ ਜਿਹੜੇ ਸੀਗੇ ਦਿੱਲੀ ਦੇ ਦੱਖਣੀ ਪਾਸੇ ਰਹਿੰਦੇ ਸੀਗੇ। ਠੀਕ ਆ, ਦੱਖਣ ਵਾਲੀ ਸਾਈਡ ਦੇ ਪ੍ਰਦੇਸ਼ਾਂ ਵਿੱਚ ਨਿਵਾਸ ਕਰਦੇ ਸੀ ਔਰ ਇੰਨੇ ਕੁ ਨਿੱਡਰ ਸੀ ਅਤੇ ਇੰਨੇ ਕੁ ਉਗਰਵਾਦੀ ਸੀ ਕਿ ਇਹ ਕੀ ਸੀਗਾ ਕਿ ਦਿਨੇ ਦਿਹਾੜੇ ਜਿਹੜਾ ਸੀਗਾ ਲੋਕਾਂ ਦੀ ਲੁੱਟ ਮਾਰ ਕਰਦੇ ਸੀਗੇ। ਠੀਕ ਆ, ਪਿੰਡਾਂ ਦੇ ਪਿੰਡ ਜਿਹੜੇ ਸੀ ਉਹਨਾਂ ਨੂੰ ਨਸ਼ਟ ਕਰ ਦਿੰਦੇ ਸੀ। ਇਹ ਤੋਂ ਬਿਨਾਂ ਕੀ ਸੀ ਕਿ ਜਿਹੜੀਆਂ ਇਸਤਰੀਆਂ ਸੀਗੀਆਂ ਜਾਂ ਲੜਕੀਆਂ ਸੀ ਪਾਣੀ ਭਰਨ ਜਾਂਦੀਆਂ ਸੀ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ, ਉਹਨਾਂ ਦਾ ਅਪਮਾਨ ਕਰਦੇ ਸੀਗੇ। ਤਾਂ ਕਰਕੇ ਜਿਹੜਾ ਸੀਗਾ ਇੱਕ ਮੰਤਰੀ ਦੇ ਰੂਪ ਵਿੱਚ ਬਲਬਨ ਜਿਹੜਾ ਸੀ ਉਹਨੇ ਅੰਤਿਮ ਵਾਰ ਇਹਨਾਂ ਦਾ ਦਮਨ ਕਰਤਾ ਸੀਗਾ। ਬਟ ਫਿਰ ਜਦੋਂ ਇੱਕ ਵਾਰ ਸ਼ਾਸਕ ਬਣਿਆ ਫਿਰ ਇੱਕ ਵਾਰ ਇਹਨਾਂ ਦੀ ਸ਼ਕਤੀ ਵਧਣ ਲੱਗ ਗਈ। ਠੀਕ ਆ, ਇਹਨਾਂ ਦੀ ਇੰਨੀ ਹਿੰਮਤ ਹੋ ਗਈ ਕਿ ਰਾਜਧਾਨੀ ਵਿੱਚ ਵੜ ਕੇ ਜਿਹੜੀ ਸੀ ਲੋਕਾਂ ਦੀ ਲੁੱਟ ਮਾਰ ਕਰਨ ਲੱਗ ਗਏ ਸੀਗੇ। ਅਤੇ ਇਹਨਾਂ ਦੇ ਡਰ ਤੋਂ ਕੀ ਸੀਗਾ ਵੀ ਜਿਹੜੀ ਰਾਜਧਾਨੀ ਸੀਗੀ ਉਹਦੇ ਦਰਵਾਜ਼ੇ ਸ਼ਾਮ ਦੇ ਟਾਈਮ ਹੀ ਬੰਦ ਕਰਨ ਲੱਗ ਗਏ ਸੀਗੇ। ਅਤੇ ਬਲਬਨ ਨੇ ਫਿਰ ਕੀ ਕੀਤਾ ਕਿ ਵਿਸ਼ਾਲ ਸੈਨਾ ਲੈ ਕੇ ਇਹਨਾਂ ਵੱਲ ਕੂਚ ਕੀਤਾ ਅਤੇ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਨੂੰ ਮਾਰ ਦਿੱਤਾ ਸੀਗਾ। ਠੀਕ ਆ, ਅੱਗੇ ਹੈ ਸੁਲਤਾਨ ਦੇ ਰੂਪ ਵਿੱਚ ਬਲਬਨ ਜਿਹੜਾ ਹੁਣ ਉਹਨੇ ਕੀ ਕੰਮ ਕੀਤੇ ਜਾਂ ਕਿੱਦਾਂ ਦਾ ਉਹਦਾ ਜੀਵਨ ਰਿਹਾ। ਬਲਬਨ ਨੇ ਬਲਬਨੀ ਨਾਮਕ ਜਿਹੜਾ ਸੀ ਰਾਜਵੰਸ਼ ਦੀ ਸਥਾਪਨਾ ਕੀਤੀ ਸੀ। ਦੇਖੋ ਬਲਬਨ ਨੇ ਕਿਹੜੇ ਰਾਜਵੰਸ਼ ਦੀ ਸਥਾਪਨਾ ਕੀਤੀ? ਬਲਬਨੀ ਨਾਮਕ ਰਾਜਵੰਸ਼ ਦੀ। ਪਹਿਲਾਂ ਜਿਹੜਾ ਸੀ ਨਸੀਰੁਦੀਨ ਮਹਿਮੂਦ ਦਾ ਨਾਇਬ ਸੀਗਾ। ਬਲਬਨ ਪਹਿਲਾਂ ਕਿਹਦਾ ਨਾਇਬ ਸੀ? ਨਸੀਰੁਦੀਨ ਮਹਿਮੂਦ ਦਾ। ਗਿਆਸੁਦੀਨ ਬਲਬਨ ਦੇ ਨਾਮ ਨਾਲ ਜਿਹੜਾ ਸੀ ਇਹ ਦਿੱਲੀ 'ਤੇ ਸ਼ਾਸਨ ਕੀਤਾ ਸੀ। ਇਹਨੇ ਦਿੱਲੀ 'ਤੇ ਸ਼ਾਸਨ ਕੀਤਾ ਕਿਹੜੇ ਨਾਮ ਨਾਲ? ਗਿਆਸੁਦੀਨ ਬਲਬਨ ਦੇ ਨਾਮ ਨਾਲ। ਅੱਗੇ ਹੈ ਬਲਬਨ ਦਾ ਦੂਜਾ ਨਾਮ ਬਹਾਉਦੀਨ ਸੀਗਾ। ਠੀਕ ਹੈ, ਬਲਬਨ ਜਿਹੜਾ ਸੀ ਹੁਣ ਉਹਦਾ ਦੂਜਾ ਨਾਮ ਕੀ ਸੀਗਾ? ਉਹ ਸੀ ਬਹਾਉਦੀਨ। ਈਰਾਨ ਦੇ ਅਫਰਾਸ਼ਿਆਨ ਵੰਸ਼ ਨਾਲ ਜਿਹੜਾ ਸੀ ਸੰਬੰਧਿਤ ਸੀਗਾ ਬਲਬਨ। ਬਲਬਨ ਈਰਾਨੀ ਰੀਤੀ ਰਿਵਾਜ਼ਾਂ ਨੂੰ ਮੰਨਣ ਵਾਲਾ ਸੀਗਾ। ਦੇਖੋ ਜਿਹੜਾ ਬਲਬਨ ਸੀ ਉਹ ਈਰਾਨੀ ਰੀਤੀ ਰਿਵਾਜ਼ਾਂ ਨੂੰ, ਠੀਕ ਆ, ਈਰਾਨੀ ਪ੍ਰਥਾ ਨੂੰ ਇੰਨਾ ਕੁ ਜ਼ਿਆਦਾ ਮੰਨਦਾ ਸੀ ਕਿ ਉਹਨੇ ਜਿਹੜਾ ਆਪਣਾ ਦਰਬਾਰ ਸੀ ਉਹਦੇ ਵਿੱਚ ਈਰਾਨੀ ਢੰਗ ਨਾਲ ਉਹਨੂੰ ਸਜਾਇਆ ਹੋਇਆ ਸੀਗਾ ਅਤੇ ਈਰਾਨੀਆਂ ਨਾਲ ਰਿਲੇਟਡ ਜਿਹੜੇ ਸੀ ਉਹ ਤਿਉਹਾਰ ਜਿਹੜਾ ਸੀ ਸੈਲੀਬ੍ਰੇਟ ਕਰਦਾ ਸੀਗਾ ਆਪਣੇ ਰਾਜ ਵਿੱਚ। ਇਹ ਤੋਂ ਬਿਨਾਂ ਆਪਣੇ ਜਿਹੜੇ ਦਰਬਾਰੀ ਸੀ ਉਹਨਾਂ ਲਈ ਸ਼ਿਸ਼ਟਾਚਾਰ ਦੇ ਜਿਹੜੇ ਵੀ ਉਹਨੇ ਨਿਯਮ ਬਣਾਏ ਹੋਏ ਸੀ, ਜਿਹੜੇ ਰੂਲ ਬਣਾਏ ਹੋਏ ਸੀ ਉਹ ਵੀ
ईरानी ढंग नाल सीगे प्रचलित कीते होए। फिर जिहड़ा बलबन सी ना लास्ट ਉਹਦੇ ਜਿਹੜੇ ਪੋਤਰੇ ਸੀਗੇ ਠੀਕ ਆ ਉਹਨਾਂ ਦੇ ਨਾਂ ਵੀ ਉਹਨੇ ਕੀ ਸੀ ईरानी ਬਾਦਸ਼ਾਹਾਂ ਦੇ ਨਾਂ 'ਤੇ ਰੱਖੇ ਸੀ। ਜਿਵੇਂ ਉਹਦੇ ਇੱਕ ਪੋਤੇ ਦਾ ਨਾਂ ਸੀਗਾ ਕੈਕੂਬਾਦ ਠੀਕ ਹੈ, ਇੱਕ ਦਾ ਨਾਂ ਸੀ ਕੈ ਖੁਸਰੋ। ਇਹ ਨਾਮ ਵੀ ਉਹਨੇ ईरानी ਸ਼ਾਸਕਾਂ ਦੇ ਨਾਂ 'ਤੇ ਰੱਖੇ ਸੀਗੇ। ਉਹ ईरानियां ਦੀ ਜਿਹੜੀ ਰੀਤੀ ਰਿਵਾਜ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਉੱਤਮ ਮੰਨਦਾ ਸੀਗਾ। ਬਲਬਨ ਨੇ ਸੁੰਦਰ ਅਤੇ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਸੀ। ਬਲਬਨ ਦੇ ਦਰਬਾਰ ਵਿੱਚ ਸ਼ਰਾਬ ਪੀਣ, ਜੂਆ ਖੇਡਣ ਅਤੇ ਹਾਸਾ ਮਖੌਲ ਕਰਨ ਦੀ ਮਨਾਹੀ ਸੀ। ਦੇਖੋ ਆਪਾਂ ਪੜ੍ਹਿਆ ਸੀ ਨਾ ਕਿ ਦਰਬਾਰ ਵਿੱਚ ਉਹਨੇ ਰੂਲਸ ਵੀ ਜਿਹੜੇ ਸੀਗੇ ਆਪਣੇ ਦਰਬਾਰੀਆਂ ਦੇ ईरानियां ਨੇ ਅਪਣਾਏ ਸੀ। ਹੁਣ ਦੇਖੋ ਕਿੰਨੇ ਵਧੀਆ ਰੂਲ ਸੀ ਵੈਸੇ ਉਹਦੇ ਦਰਬਾਰ ਦੇ। ਨਾ ਤਾਂ ਕੋਈ ਦਰਬਾਰ ਵਿੱਚ ਸ਼ਰਾਬ ਪੀਂਦਾ ਸੀ, ਨਾ ਹੀ ਕੋਈ ਜੂਆ ਖੇਡਦਾ ਸੀ ਐਂਡ ਨਾ ਹੀ ਕੋਈ ਹਾਸਾ ਮਖੌਲ ਕਰਦਾ ਸੀਗਾ। ਦਰਬਾਰੀਆਂ ਨੂੰ ਸੁਲਤਾਨ ਦੇ ਸਾਹਮਣੇ ਕੀ ਸੀਗਾ ਝੁਕਣਾ ਪੈਂਦਾ ਸੀਗਾ। ਜਾਸੂਸ ਵਿਵਸਥਾ ਜਿਹੜੀ ਸੀ ਬਹੁਤ ਵਧੀਆ ਸੀ। ਦੇਖੋ ਇਹ ਤੋਂ ਬਿਨਾਂ ਕੀ ਸੀਗਾ ਕਿ ਬਲਬਨ ਨੇ ਇਹ ਪਤਾ ਲਗਾਉਣ ਲਈ ਕਿ ਜਿਹੜੇ ਵੀ ਉਹਦੇ ਰਾਜਸੀ ਅਧਿਕਾਰੀ ਨੇ ਠੀਕ ਆ ਉਹਨੇ ਨਿਯੁਕਤ ਕੀਤੇ ਹੋਏ ਆ ਕਿ ਉਹ ਕੰਮ ਵਧੀਆ ਤਰੀਕੇ ਨਾਲ ਕਰਦੇ ਨੇ, ਉਹਦੇ ਲਈ ਉਹਨੇ ਜਾਸੂਸ ਵਿਭਾਗ ਦੀ ਵਿਵਸਥਾ ਕੀਤੀ ਹੋਈ ਸੀਗੀ। ਜਾਸੂਸ ਵਿਭਾਗ ਦਾ ਨਾਮ ਆ ਜਿਹੜਾ ਕੀ ਸੀਗਾ ਬਰੀ ਦੇ ਮੁਮਾਲਿਕ ਸੀਗਾ ਠੀਕ ਹੈ। ਅਤੇ ਜਾਸੂਸ ਅਧਿਕਾਰੀ ਜਿਹੜਾ ਸੀ ਉਹਨੂੰ ਕੀ ਕਹਿੰਦੇ ਸੀ ਬਰੀਦ ਕਿਹਾ ਜਾਂਦਾ ਸੀ। ਜਿਹੜਾ ਵਿਭਾਗ ਸੀ ਉਹਦਾ ਨਾਂ ਸੀ ਬਰੀਦ ਦੇ ਮੁਮਾਲਿਕ। ਇਹ ਯਾਦ ਰੱਖਣੇ ਆ ਦੋਨੇ। ਇਸ ਤੋਂ ਬਾਅਦ ਹੈ ਨਿਰਪੱਖ ਨਿਆਂ ਕਰਨ ਵਾਲਾ। ਹੁਣ ਦੇਖੋ ਜਿਹੜਾ ਬਲਬਨ ਸੀਗਾ ਉਹ ਸਾਰੇ ਲੋਕਾਂ ਨਾਲ ਚਾਹੇ ਕੋਈ ਅਮੀਰ ਸੀ ਚਾਹੇ ਕੋਈ ਗਰੀਬ ਸੀਗਾ ਨਿਰਪੱਖ ਰਹਿ ਕੇ ਬਿਨਾਂ ਕਿਸੇ ਪੱਖਪਾਤ ਤੋਂ ਨਿਆਂ ਕਰਦਾ ਸੀਗਾ ਠੀਕ ਆ। ਕਿ ਬਾਦਸ਼ਾਹ ਜਿਹੜਾ ਸੀਗਾ ਕਿਸੇ ਨਾਲ ਭੇਦਭਾਵ ਨਹੀਂ ਕਰਦਾ ਸੀਗਾ, ਇੱਕੋ ਜਿਹਾ ਰੱਖਦਾ ਸੀ ਸਾਰਿਆਂ ਨੂੰ। ਅਤੇ ਵੱਡੇ ਵੱਡੇ ਸਰਦਾਰ ਜਿਹੜੇ ਹੁੰਦੇ ਸੀਗੇ ਜੇ ਉਹ ਵੀ ਅਪਰਾਧ ਕਰਦੇ ਸੀ ਨਾ ਤਾਂ ਬਲਬਨ ਉਹਨਾਂ ਨੂੰ ਵੀ ਸਖਤ ਸਜ਼ਾਵਾਂ ਦਿੰਦਾ ਸੀਗਾ ਠੀਕ ਹੈ। ਇੱਕ ਵਾਰ ਕੀ ਸੀਗਾ ਕਿ ਮਲਕ ਜਿਹੜਾ ਬਕਬਕ ਸੀਗਾ ਅਤੇ ਹੈਬਤ ਖਾਂ ਜਿਹੜੇ ਸੀਗੇ ਉਹਨਾਂ ਦੀਆਂ ਮਿਸਾਲਾਂ ਵੀ ਦੇਖਣ ਵਾਲੀਆਂ ਨੇ ਕਿ ਉਹਨਾਂ ਨੇ ਵੀ ਕੋਈ ਗੁਨਾਹ ਕੀਤਾ ਸੀਗਾ ਅਤੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਗਈ ਸੀਗੀ। ਅਤੇ ਸਜ਼ਾ ਦੇਣ ਤੋਂ ਬਾਅਦ ਦੇਖੋ ਜੇ ਕੋਈ ਬੰਦਾ ਗੁਨਾਹ ਕਰਦਾ ਸੀ ਨਾ ਉਹਨੂੰ ਤਾਂ ਸਜ਼ਾ ਮਿਲ ਜਾਂਦੀ ਸੀ ਠੀਕ ਆ, ਜਾਂ ਤਾਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਬਟ ਜਿਹੜਾ ਉਹਦੀ ਫੈਮਿਲੀ ਹੁੰਦੀ ਸੀ ਉਹਦੀ ਮਤਲਬ ਇਸਤਰੀ ਅਤੇ ਠੀਕ ਆ ਉਹਦੇ ਜਿਹੜੇ ਬੱਚੇ ਹੁੰਦੇ ਸੀ ਨਾ ਉਹਨਾਂ ਨੂੰ ਫਿਰ ਸ਼ਾਹੀ ਦਰਬਾਰ ਵਿੱਚ ਦਾਸ ਬਣਾ ਕੇ ਰੱਖ ਲਿਆ ਜਾਂਦਾ ਸੀਗਾ ਉਹਦੇ ਪਰਿਵਾਰ ਨੂੰ। ਅੱਗੇ ਹੈ ਚਾਲੀਸਾ 40 ਤੁਰਕ ਸਰਦਾਰ ਜਿਹੜੇ ਸੀਗੇ ਉਹਨਾਂ ਦਾ ਇੱਕ ਗਠਨ ਸੀਗਾ ਉਹਨੂੰ ਖ਼ਤਮ ਕਰਨ ਵਾਲਾ। ਦੇਖੋ ਇਲਤੁਤਮਿਸ਼ ਨੇ ਤਾਂ 40 ਅਮੀਰਾਂ ਦਾ ਜਿਹੜਾ ਸਮੂਹ ਸੀ ਚਾਲੀਸਾ ਬਣਾਇਆ ਸੀਗਾ। ਬਲਬਨ ਵੀ ਉਹਦਾ ਇੱਕ ਮੈਂਬਰ ਸੀਗਾ। ਬਟ ਜਦੋਂ ਇਹ ਸ਼ਾਸਕ ਬਣ ਗਿਆ ਤਾਂ ਇਹਨੇ ਕੀ ਕੀਤਾ ਕਿ ਉਹਦਾ ਖਾਤਮਾ ਕਰਤਾ ਠੀਕ ਹੈ। ਇਹ ਇੰਪੋਰਟੈਂਟ ਆ ਯਾਦ ਰੱਖਣਾ ਕਿ ਚਾਲੀਸਾ ਦੀ ਜਿਹੜੀ ਸ਼ੁਰੂਆਤ ਕਿਹਨੇ ਕੀਤੀ ਇਲਤੁਤਮਿਸ਼ ਨੇ ਐਂਡ ਜਿਹੜਾ ਚਾਲੀਸਾ ਸੀ ਉਹਨੂੰ ਖਤਮ ਕਿਹਨੇ ਕੀਤਾ ਬਲਬਨ ਨੇ। ਬਲਬਨ ਨੇ ਨਾਇਬ ਨਾਮਕ ਜਿਹੜਾ ਪਦ ਜਿਹੜਾ ਸੀ ਉਹਨੂੰ ਵੀ ਖਤਮ ਕਰਤਾ। ਦੇਖੋ ਪਹਿਲਾਂ ਉਹ ਆਪ ਵੀ ਨਾਇਬ ਸੀਗਾ ਨਸੀਰੂਦੀਨ ਦਾ, ਬਟ ਉਹਨੇ ਕੀ ਸੀ ਕਿ ਆਪਦੇ ਰਾਜ ਵਿੱਚ ਨਾਇਬ ਦਾ ਪਦ ਜਿਹੜਾ ਸੀ ਉਹਨੂੰ ਖਤਮ ਕਰਤਾ ਸੀਗਾ। ਬਲਬਨ ਨੇ ਭਾਰਤੀ ਮੁਸਲਮਾਨਾਂ ਨੂੰ ਸਰਕਾਰੀ ਪਦਾਂ ਤੋਂ ਜਿਹੜਾ ਸੀ ਅਲੱਗ ਰੱਖਿਆ ਸੀਗਾ। ਬਲਬਨ ਨੇ ਬੰਗਾਲ ਦੇ ਖਲਜੀ ਸ਼ਾਸਕਾਂ ਨੂੰ ਹਰਾ ਕੇ ਬੰਗਾਲ ਨੂੰ ਜਿਹੜਾ ਸੀ ਦਿੱਲੀ ਵਿੱਚ ਸ਼ਾਮਿਲ ਕਰ ਲਿਆ ਸੀਗਾ। ਫਿਰ ਹੈ ਇਹਨੂੰ ਦਾਸ ਵੰਸ਼ ਦਾ ਸਭ ਤੋਂ ਮਹਾਨ ਜਿਹੜਾ ਸੁਲਤਾਨ ਵੀ ਕਿਹਾ ਜਾਂਦਾ ਵਾ। ਇਸ ਨੇ ਸਿਜਦਾ ਅਤੇ ਪੈਬੋਸ ਦੀ ਨੀਤੀ ਜਿਹੜੀ ਸੀ ਉਹਦੀ ਸ਼ੁਰੂਆਤ ਕੀਤੀ ਸੀਗੀ ਕਿ ਸੁਲਤਾਨ ਨੂੰ ਦੇਖ ਕੇ ਜਿਹੜੇ ਸੀਗੇ ਨਾ ਆਪਾਂ ਪੜ੍ਹਿਆ ਵੀ ਦਰਬਾਰ ਵਿੱਚ ਝੁਕਦੇ ਸੀਗੇ ਠੀਕ ਆ, ਲੰਬੇ ਪੈ ਕੇ ਉਹਨੂੰ ਨਮਸਕਾਰ ਕਰਦੇ ਸੀਗੇ। ਇਹ ਜਿਹੜੀਆਂ ਸੀ ਰਸਮਾਂ ਵੀ ਉਹਨੇ ਸ਼ੁਰੂ ਕਰਤੀਆਂ ਸੀ ਸਿਜਦਾ ਅਤੇ ਪਾਬੋਸ। ਬਲਬਨ ਹਰ ਸਾਲ ਈਰਾਨੀ ਤਿਉਹਾਰ ਜਿਹੜਾ ਸੀ ਨੌਰੋਜ਼ ਮਨਾਉਣ ਲੱਗਿਆ ਸੀ। ਦੇਖੋ ਨੌਰੋਜ਼ ਜਿਹੜਾ ਸੀ ਇੱਕ ਈਰਾਨੀ ਤਿਉਹਾਰ ਸੀਗਾ। ਬਲਬਨ ਜਿਹੜਾ ਸੀ ਉਹ ਹਰੇਕ ਸਾਲ ਆਪਣੇ ਰਾਜ ਦਰਬਾਰ ਵਿੱਚ ਉਹਨੂੰ ਸੈਲੀਬ੍ਰੇਟ ਕਰਨ ਲੱਗ ਗਿਆ ਸੀ। ਫਾਰਸੀ ਰੀਤੀ ਰਿਵਾਜ ਉੱਤੇ ਆਧਾਰਿਤ ਨੌਰੋਜ਼ ਜਿਹੜਾ ਸੀ ਫਸਲ ਦੀ ਕਟਾਈ ਨਾਲ ਸੰਬੰਧਿਤ ਜਿਹੜਾ ਸੀ ਤਿਉਹਾਰ ਸੀਗਾ ਅਤੇ ਇਸ ਵਿੱਚ ਕੀ ਕਰਦੇ ਸੀ ਕਿ ਰੰਗ ਨਾਲ ਖੇਡਦੇ ਸੀਗੇ। ਇਹਦੀ ਸ਼ੁਰੂਆਤ ਕੀਤੀ ਸੀ ਬਲਬਨ ਨੇ। ਸੁੰਦਰ ਅਤੇ ਸ਼ਾਨਦਾਰ ਦਰਬਾਰ ਦੀ ਜਿਹੜੀ ਸੀ ਰਚਨਾ ਕੀਤੀ ਸੀ ਇਹਨੇ। ਫਿਰ ਇਹਨੇ ਨਾ ਇੱਕ ਹੋਰ ਵਿਚਾਰ ਪੇਸ਼ ਕੀਤਾ ਸੀਗਾ। ਦੇਖੋ ਲੋਕ ਜਿਹੜੇ ਸੀ ਜਦੋਂ ਇਹ ਬਣਿਆ ਸੀਗਾ ਨਾ ਸ਼ਾਸਕ ਬਣਿਆ ਸੀਗਾ ਸੁਲਤਾਨ ਦੇ ਪ੍ਰਤੀ ਜਿਹੜੀ ਸੀ ਜ਼ਿਆਦਾ ਮਤਲਬ ਵਧੀਆ ਭਾਵਨਾ ਨਹੀਂ ਰੱਖਦੇ ਸੀਗੇ ਠੀਕ ਆ। ਹੁਣ ਜਿਹੜੇ ਅਮੀਰ ਸੀ ਉਹ ਤਾਂ ਖਾਸ ਕਰ ਨਹੀਂ ਰੱਖਦੇ ਸੀਗੇ ਕਿਉਂਕਿ ਉਹ ਅਮੀਰਾਂ ਨੂੰ ਜੋ ਤੁਰਕ ਅਮੀਰ ਜਿਹੜੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਨਾਲ ਦਾ ਇੱਕ ਮੈਂਬਰ ਸੀ ਉਹਨੇ ਸਾਡੇ 'ਤੇ ਰਾਜ ਕਰ ਲਿਆ ਵਾ। ਤਾਂ ਉਹਨਾਂ ਵਿੱਚ ਆਪਣੀ ਜਿਹੜੀ ਸੱਤਾ ਸੀ ਆਪਣੀ ਸ਼ਕਤੀ ਨੂੰ ਸਰਵਉੱਚ ਕਰਨ ਲਈ ਉਹਨੇ ਕੀ ਵਿਚਾਰ ਪੇਸ਼ ਕੀਤਾ ਸੀ ਕਿ ਰਾਜਾ ਧਰਤੀ 'ਤੇ ਜਿਹੜਾ ਵਾ ਈਸ਼ਵਰ ਦਾ ਪ੍ਰਤੀਨਿਧੀ ਹੁੰਦਾ ਵਾ। ਇਹ ਵਿਚਾਰ ਜਿਹੜਾ ਸੀ ਕਿਹਨੇ ਦਿੱਤਾ
ਬਲਬਨ ਨੇ ਦਿੱਤਾ ਸੀਗਾ। ਇਸ ਦੇ ਸ਼ਾਸਨ ਕਾਲ ਵਿੱਚ ਰਾਜੇ ਨੂੰ ਜਿਹੜਾ ਸੀ ਜ਼ਿਲ੍ਹੇ ਇਲਾਹੀ ਈਸ਼ਵਰ ਦੀ ਪਰਛਾਈ ਵੀ ਕਿਹਾ ਜਾਂਦਾ ਸੀ। ਬਲਬਨ ਨੇ ਮੰਗੋਲਾਂ ਦਾ ਸਾਹਮਣਾ ਕਰਨ ਲਈ ਕੀ ਸੀ, ਦੀਵਾਨੇ ਅਰਜ ਨਾਮਕ ਇੱਕ ਸੈਨਿਕ ਵਿਭਾਗ ਦੀ ਸਥਾਪਨਾ ਕਰ ਲਈ ਸੀਗੀ। ਠੀਕ ਹੈ। ਮੰਗੋਲਾਂ ਦਾ ਸਾਹਮਣਾ ਕਰਦੇ ਹੋਏ ਇਸ ਦਾ ਪੁੱਤਰ ਜਿਹੜਾ ਸ਼ਹਿਜ਼ਾਦਾ ਮੁਹੰਮਦ ਸੀਗਾ ਉਹ ਵੀ ਮਾਰਿਆ ਗਿਆ ਸੀ। ਸੈਨਿਕ ਵਿਭਾਗ ਦੀ ਸਥਾਪਨਾ ਕਰਨ ਵਾਲਾ ਭਾਰਤ ਦਾ ਪਹਿਲਾ ਸੁਲਤਾਨ ਸੀਗਾ। ਕੌਣ? ਬਲਬਨ ਸੀਗਾ। ਬਲਬਨ ਨੇ ਮੰਗੋਲਾਂ ਦਾ ਸਾਹਮਣਾ ਕਰਨ ਲਈ ਅਤੇ ਅੰਦਰੂਨੀ ਸ਼ਾਂਤੀ ਲਈ ਇੱਕ ਨੀਤੀ ਅਪਣਾਈ ਸੀ। ਉਹਦਾ ਨਾਮ ਕੀ ਸੀ? ਲਹੂ ਅਤੇ ਲੋਹੇ ਦੀ ਨੀਤੀ। ਇਹ ਵੀ ਇੰਪੋਰਟੈਂਟ ਹੈ ਕਿ ਲਹੂ ਅਤੇ ਲੋਹੇ ਦੀ ਨੀਤੀ ਕਿਹਨੇ ਅਪਣਾਈ? ਬਲਬਨ ਨੇ। ਕਾਹਦੇ ਲਈ? ਮੰਗੋਲਾਂ ਦਾ ਸਾਹਮਣਾ ਕਰਨ ਲਈ ਅਤੇ ਜਿਹੜਾ ਸੀ ਅੰਦਰੂਨੀ ਜਿਹੜੀ ਸੀਗੀ ਅਸ਼ਾਂਤੀ ਸੀਗੀ, ਮਤਲਬ ਉਹਨੂੰ ਬਣਾਈ ਰੱਖਣ ਲਈ ਕਿ ਉਹਦਾ ਜਿਹੜਾ ਰਾਜ ਆ ਉਹਦੇ ਵਿੱਚ ਅਰਾਜਕਤਾ ਨਾ ਫੈਲੇ। ਇਹਦੇ ਵਿੱਚ ਇਹਨਾਂ ਲੋਕਾਂ ਨਾਲ ਬਹੁਤ ਸ਼ਕਤੀ ਨਾਲ ਪੇਸ਼ ਆਇਆ ਜਾਂਦਾ ਸੀ, ਬਹੁਤ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਪੁੱਤਰ ਬੁਗਰਾ ਖਾਂ ਨੂੰ ਬੰਗਾਲ ਦਾ ਜਿਹੜਾ ਸੀ ਗਵਰਨਰ ਬਣਾਇਆ ਬਲਬਨ ਨੇ। ਫਿਰ ਇਹ ਦਰਬਾਰੀ ਕਵੀ, ਦੋ ਜਾਣੇ ਸੀ ਦਰਬਾਰੀ ਕਵੀ। ਕਿਹੜੇ ਕਿਹੜੇ? ਅਮੀਰ ਖੁਸਰੋ ਅਤੇ ਅਮੀਰ ਹਸਨ ਜਿਹੜੇ ਸੀ ਇਹਦੇ ਦੋਨੇ ਦਰਬਾਰੀ ਕਵੀ ਸੀਗੇ। ਅਮੀਰ ਖੁਸਰੋ ਆ ਜਿਹੜਾ ਉਹਨੂੰ ਤੂਤੀਏ ਹਿੰਦ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਵਾ। ਅਮੀਰ ਖੁਸਰੋ ਆ ਜਿਹੜਾ ਉਹ ਫਾਰਸੀ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਸੀਗਾ। ਅਮੀਰ ਹਸਨ ਨੂੰ ਸੁਲਤਾਨ ਦੇ ਪੁੱਤਰ ਮੁਹੰਮਦ ਦੀ ਸਰਪ੍ਰਸਤੀ ਪ੍ਰਾਪਤ ਸੀਗੀ। ਅੱਗੇ ਹੈ ਬਲਬਨ ਦੀ ਮੌਤ। ਹੁਣ ਜਿਹੜਾ ਬਲਬਨ ਆ ਉਹਦੀ ਮੌਤ ਕਦੋਂ ਹੋਈ? 1286 ਈਸਵੀ ਦੇ ਵਿੱਚ ਹੋਈ। ਬਲਬਨ ਹੁਣ ਅੱਗੇ ਹੈ ਬਲਬਨ ਦੀ ਮੌਤ ਤੋਂ ਬਾਅਦ ਅਗਲਾ ਸ਼ਾਸਕ ਬਲਬਨ ਦੇ ਪੁੱਤਰ ਬੁਗਰਾ ਖਾਂ ਦਾ ਜਿਹੜਾ ਪੁੱਤਰ ਕੈਕੂਬਾਦ ਸੀ ਉਹ ਬਣਿਆ ਸੀ, ਜਾਣੀ ਕਿ ਬਲਬਨ ਦਾ ਪੋਤਾ ਜਿਹੜਾ ਸੀ ਉਹ ਅਗਲਾ ਸ਼ਾਸਕ ਬਣਿਆ ਸੀ। ਬੁਗਰਾ ਖਾਨ ਦਾ ਮੁੰਡਾ ਜਿਹੜਾ ਸੀ ਕੈਕੂਬਾਦ। ਬਲਬਨ ਦਾ ਜਿਹੜਾ ਉਹਦਾ ਮਕਬਰਾ ਕਿੱਥੇ ਆ? ਬਲਬਨ ਦਾ ਮਕਬਰਾ ਮਹਿਰੌਲੀ ਦਿੱਲੀ ਵਿੱਚ ਹੈ। ਇਸ ਦੇ ਮਕਬਰੇ 'ਤੇ ਪਹਿਲੀ ਵਾਰ ਜਿਹੜਾ ਸੀ ਗੋਲ ਗੁੰਬਦ ਦਾ ਪ੍ਰਯੋਗ ਕੀਤਾ ਗਿਆ ਸੀ। ਕਈ ਵਾਰ ਕੁਐਸਚਨ ਐਗਜ਼ਾਮ ਵਿੱਚ ਆ ਜਾਂਦਾ ਕਿ ਗੋਲ ਗੁੰਬਦ ਦਾ ਪ੍ਰਯੋਗ ਆ ਜਿਹੜਾ ਸਭ ਤੋਂ ਪਹਿਲਾਂ ਕਿਸ ਦੇ ਮਕਬਰੇ 'ਤੇ ਕੀਤਾ ਗਿਆ, ਤਾਂ ਉਹ ਬਲਬਨ ਦੇ ਮਕਬਰੇ 'ਤੇ। ਆਰਜ ਏ ਮੁਮਾਲਿਕ ਪਦ 'ਤੇ ਜਲਾਲੁਦੀਨ ਖਿਲਜੀ ਨੂੰ ਨਿਯੁਕਤ ਕੀਤਾ ਸੀਗਾ। ਅੱਗੇ ਹੈ ਸ਼ਾਮੁਦੀਨ ਕੈਮੂਰ। ਦਾਸ ਵੰਸ਼ ਦਾ ਸਭ ਤੋਂ ਘੱਟ ਉਮਰ ਦਾ ਅਤੇ ਅੰਤਿਮ ਸ਼ਾਸਕ ਸੀਗਾ ਅਤੇ ਸਿਰਫ ਜਿਹੜਾ ਸੀ 3 ਸਾਲ ਦੀ ਉਮਰ ਵਿੱਚ ਹੀ ਇਹ ਸੁਲਤਾਨ ਬਣਿਆ ਸੀਗਾ। ਠੀਕ ਹੈ। ਇਸ ਤੋਂ ਬਾਅਦ ਜਿਹੜਾ ਸੀ ਆਪਾਂ ਅਗਲੇ ਵੰਸ਼ ਬਾਰੇ ਪੜ੍ਹਨਾ। ਦੇਖੋ ਇੱਥੇ ਆਪਾਂ ਪੜ੍ਹਿਆ ਨਾ ਕਿ ਜਿਹੜਾ ਜਲਾਲੁਦੀਨ ਖਿਲਜੀ ਆ ਉਹਨੂੰ ਆਰਜ ਏ ਮੁਮਾਲਿਕ ਦਾ ਪਦ ਦਿੱਤਾ ਸੀ। ਕਿਹਨੇ ਦਿੱਤਾ ਸੀ? ਕੈਕੋਬਾਦ ਨੇ। ਠੀਕ ਆ। ਅਤੇ ਅੱਗੇ ਜਾ ਕੇ ਜਿਹੜਾ ਸੀ ਇਹਨੇ ਦਿੱਲੀ ਸਲਤਨਤ ਦਾ ਖਾਤਮਾ ਕੀਤਾ ਸੀਗਾ ਜਲਾਲੁਦੀਨ ਨੇ, ਅਤੇ ਖਿਲਜੀ ਵੰਸ਼ ਦੀ ਸਥਾਪਨਾ ਕੀਤੀ ਸੀ। ਆਈ ਹੋਪ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ।